Hey guys, you're studying on PSCB English ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਕਲਾਸ 11 ਦੇ ਲਈ ਚੈਪਟਰ 5 The Earth is not ours ਦੇ ਲੌਂਗ ਆਨਸਰ ਟਾਈਪ ਕੁਐਸਚਨਸ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਰਜਿਸਟ੍ਰੇਸ਼ਨ ਫਾਰਮ ਦਾ ਲਿੰਕ ਪਿਛਲੀ ਕਈ ਵੀਡੀਓਜ਼ ਤੋਂ ਦਿੰਦੇ ਆ ਰਹੇ ਹਾਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ। ਜਿਨ੍ਹਾਂ ਨੇ ਹਜੇ ਤੱਕ ਉਹ ਲਿੰਕ ਨਹੀਂ ਭਰਿਆ ਪੜ ਸਕਦੇ ਹੋ, ਕੋਈ ਕੰਪਲਸ਼ਨ ਨਹੀਂ ਹੈ। ਆਓ ਫਿਰ ਅਸੀਂ ਕੁਐਸਚਨ ਆਨਸਰਸ ਨੂੰ ਸ਼ੁਰੂ ਕਰਦੇ ਹਾਂ। ਤੁਹਾਡਾ ਪਹਿਲਾ ਕੁਐਸਚਨ ਹੈ, what does the author tell us about globalization? ਜਿਹੜੇ author ਨੇ ਉਹ ਸਾਨੂੰ globalization ਬਾਰੇ ਕੀ ਦੱਸ ਰਹੇ ਨੇ ਇਸ ਚੈਪਟਰ ਦੇ ਵਿੱਚ। ਆਨਸਰ, globalization means treating the entire world as the field of an activity. It means worldwide interaction of groups and individuals. People interact directly across the state frontiers. Sometimes the state has no involvement at all. Globalization is a new trend. It has its dangers as well as benefits. For example, there can be an increase in crime, narcotics and weapon can have a free movement activities also across the borders. As a result, there can be an increase in terrorist activities, but the benefits are also not few. Globalization can lead to a better understanding between nations. People can have new opportunities for their economic development. They can have higher standard of living. The growth rate can become much faster. Thus, globalization can help to fight the problem of poverty in the world. ਅਸੀਂ ਅਗਰ ਇਸ ਨੂੰ ਪੰਜਾਬੀ ਵਿੱਚ ਸਮਝੀਏ ਤਾਂ ਵਿਸ਼ਵੀਕਰਨ ਦਾ ਅਰਥ ਹੈ ਕਿਸੇ ਕਿਰਿਆ ਦੇ ਲਈ ਪੂਰੇ ਸੰਸਾਰ ਨੂੰ ਇੱਕ ਖੇਤਰ ਸਮਝਣਾ। ਇਸ ਦਾ ਅਰਥ ਹੈ ਕਿ ਸਮੂਹਾਂ ਅਤੇ ਵਿਅਕਤੀਆਂ ਦਾ ਵਿਸ਼ਵ ਵਿਆਪੀ ਆਦਾਨ ਪ੍ਰਦਾਨ। ਲੋਕ ਦੇਸ਼ਾਂ ਦੀਆਂ ਸੀਮਾਵਾਂ ਦੇ ਆਰ ਪਾਰ ਸਿੱਧੇ ਰੂਪ ਨਾਲ ਆਦਾਨ ਪ੍ਰਦਾਨ ਕਰਦੇ ਹਨ। ਕਈ ਵਾਰ ਦੇਸ਼ਾਂ ਦੀ ਇਸ ਵਿੱਚ ਬਿਲਕੁਲ ਵੀ ਕੋਈ ਵੀ ਭੂਮਿਕਾ ਨਹੀਂ ਹੁੰਦੀ। ਵਿਸ਼ਵੀਕਰਨ ਇੱਕ ਨਵੀਂ ਪ੍ਰਵਿਰਤੀ ਹੈ। ਇਸ ਦੇ ਖਤਰੇ ਵੀ ਹਨ ਅਤੇ ਲਾਭ ਵੀ ਹਨ। ਉਦਾਹਰਨ ਦੇ ਰੂਪ ਵਿੱਚ ਵੇਖਿਆ ਜਾਵੇ ਤਾਂ ਇਸ ਨਾਲ ਜੁਰਮ ਵਿੱਚ ਵਾਧਾ ਹੋ ਰਿਹਾ ਹੈ। ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸੀਮਾਵਾਂ 'ਤੇ ਆਰ ਪਾਰ ਖੁੱਲ੍ਹਾ ਤਸਕਰੀ ਹੋ ਰਹੀ ਹੈ। ਇਸ ਦਾ ਫਲਸਰੂਪ ਜਿਹੜੇ ਟੈਰਰਿਸਟ ਨੇ, ਉਗਰਵਾਦੀ ਗਤੀਵਿਧੀਆਂ ਨੇ, ਉਸ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਪਰੰਤੂ ਵਿਸ਼ਵੀਕਰਨ ਦੇ ਲਾਭ ਵੀ ਕੋਈ ਘੱਟ ਨਹੀਂ ਹਨ। ਇਹ ਦੇਸ਼ਾਂ ਦੇ ਵਿਚਕਾਰ ਬਿਹਤਰ ਸੂਝ-ਬੂਝ ਵੱਲ ਲੈ ਜਾ ਸਕਦਾ ਹੈ। ਲੋਕ ਆਪਣੀ ਆਰਥਿਕ ਪ੍ਰਗਤੀ ਦੇ ਲਈ ਨਵੇਂ ਮੌਕੇ ਪ੍ਰਾਪਤ ਕਰ ਸਕਦੇ ਹਨ। ਉਹ ਰਹਿਣ ਸਹਿਣ ਦਾ ਜ਼ਿਆਦਾ ਉੱਚਾ ਸਤਰ ਪ੍ਰਾਪਤ ਕਰ ਸਕਦੇ ਹਨ। ਪ੍ਰਗਤੀ ਦੀ ਰਫ਼ਤਾਰ ਬਹੁਤ ਤੇਜ਼ ਹੋ ਸਕਦੀ ਹੈ। ਇਸ ਪ੍ਰਕਾਰ ਵਿਸ਼ਵੀਕਰਨ ਸੰਸਾਰ ਵਿੱਚ ਗਰੀਬੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ। Moving to question number 2, that is, why does the author say that new opportunities are not equally distributed? ਔਥਰ ਕੋਫੀ ਆਨਨ ਨੇ ਜਿਹੜੇ ਉਹਨਾਂ ਨੇ ਇਹ ਕਿਉਂ ਕਿਹਾ ਕਿ ਜਿਹੜੀ ਨਵੀਆਂ ਓਪਰਚੁਨਿਟੀਜ਼ ਆਉਂਦੀਆਂ ਨੇ ਉਹ ਬਰਾਬਰ
ਬਰਡਸ की ਜਿਹੜੀ ਪ੍ਰਿਥਵੀ ਹੈ ਉਹ ਸਾਡੀ ਨਹੀਂ ਹੈਗੀ। ਇਸ ਦਾ ਸਿਗਨੀਫਿਕੈਂਸ ਜਿਹੜਾ ਉਹ ਐਕਸਪਲੇਨ ਕਰਦਾ ਹੈ। ਆਂਸਰ, this lesson makes us aware of the vital fact that the earth does not belong to us only. It belongs to the coming generations also. So we have no right to destroy our children's heritage. We should not plunder the natural resources of the earth. We should use them judiciously. Thus we see that the title of the lesson is quite appropriate. ਪੰਜਾਬੀ ਦੇ ਵਿੱਚ ਸਮਝੀਏ ਤਾਂ ਇਹ ਪਾਠ ਸਾਨੂੰ ਇਸ ਬਹੁਤ ਮਹੱਤਵਪੂਰਨ ਅਸਲੀਅਤ ਦੇ ਬਾਰੇ ਜਾਗਰੂਕ ਕਰਦਾ ਹੈ ਕਿ ਧਰਤੀ ਸਿਰਫ ਸਾਡੀ ਹੀ ਨਹੀਂ ਹੈ, ਇਹ ਆਉਣ ਵਾਲੇ ਪੀੜ੍ਹੀਆਂ ਦੀ ਵੀ ਹੈ। ਇਸ ਲਈ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਵਿਰਾਸਤ ਨੂੰ ਨਸ਼ਟ ਕਰੀਏ, ਉਹਨਾਂ ਦੀ ਕੁੱਲ ਸੰਪਤੀ ਨੂੰ ਨਸ਼ਟ ਕਰੀਏ। ਸਾਨੂੰ ਸੰਸਾਰ ਦੇ ਕੁਦਰਤੀ ਸੰਸਾਧਨਾਂ ਦਾ ਬਹੁਤ ਜ਼ਿਆਦਾ ਉਪਭੋਗ ਨਹੀਂ ਕਰਨਾ ਚਾਹੀਦਾ, ਸਾਨੂੰ ਉਹਨਾਂ ਦਾ ਵਿਵੇਕਪੂਰਨ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਸ ਪਾਠ ਦਾ ਸਿਰਲੇਖ ਬਿਲਕੁਲ ਢੁਕਵਾਂ ਹੈ ਤੇ ਬਿਲਕੁਲ ਸਹੀ ਹੈ। ਕੁਐਸਚਨ ਨੰਬਰ 5, that is write a paragraph on man and his environment, ਕਿ ਬੰਦੇ ਤੇ ਉਸ ਦੇ ਵਾਤਾਵਰਣ ਬਾਰੇ ਇੱਕ ਪੈਰਾਗ੍ਰਾਫ ਲਿਖਣਾ ਹੈ। ਆਂਸਰ, environment pollution is the biggest problem facing the modern man. All advancement become useless if man does not get the very basic necessity of life, that is fresh and pure air, and only trees can do the service to man. Unluckily, man in his ignorance has so far been destroying his very benefactors. Only recently has our government become aware of the gravity of this problem. Various steps have been taken to keep the environment free from pollution. In fact, environmental awareness is a social necessity. It is not only the duty of the government but also a social responsibility of each and every individual to help in keeping environment free from pollution. ਪੰਜਾਬੀ ਦੇ ਵਿੱਚ ਸਮਝੀਏ ਤਾਂ ਵਾਤਾਵਰਣ ਦਾ ਪ੍ਰਦੂਸ਼ਣ ਆਧੁਨਿਕ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੋ ਗਿਆ ਹੈ। ਸਾਰੀ ਤਰੱਕੀ ਅਰਥਹੀਨ ਹੋ ਜਾਂਦੀ ਹੈ ਜੇ ਮਨੁੱਖ ਨੂੰ ਜੀਵਨ ਦੀ ਮੁੱਢਲੀ ਜ਼ਰੂਰਤ ਜੋ ਕਿ ਤਾਜ਼ੀ ਅਤੇ ਸ਼ੁੱਧ ਹਵਾ ਹੈ ਉਹੀ ਨਾ ਮਿਲੇ, ਅਤੇ ਸਿਰਫ ਰੁੱਖ ਹੀ ਮਨੁੱਖ ਦੀ ਇਹ ਸੇਵਾ ਕਰ ਸਕਦੇ ਹਨ। ਦੁਰਭਾਗ ਨਾਲ ਮਨੁੱਖ ਆਪਣੀ ਗੈਰ ਸਮਝਦਾਰੀ ਕਾਰਨ ਆਪਣੇ ਇਹਨਾਂ ਭਲਾ ਕਰਨ ਵਾਲਿਆਂ ਨੂੰ ਹੀ ਨਸ਼ਟ ਕਰੀ ਜਾ ਰਿਹਾ ਹੈ। ਹਾਲ ਵਿੱਚ ਹੀ ਸਾਡੀ ਸਰਕਾਰ ਇਸ ਸਮੱਸਿਆ ਦੀ ਗੰਭੀਰਤਾ ਦੇ ਪ੍ਰਤੀ ਸੁਚੇਤ ਹੋਈ ਹੈ। ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਵਿਭਿੰਨ ਕਦਮ ਚੁੱਕੇ ਗਏ ਹਨ। ਅਸਲ ਵਿੱਚ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਹੀ ਇੱਕ ਸਮਾਜਿਕ ਜ਼ਰੂਰਤ ਹੈ। ਇਹ ਸਿਰਫ ਸਰਕਾਰ ਦਾ ਫਰਜ਼ ਹੀ ਨਹੀਂ ਬਲਕਿ ਇਹ ਹਰ ਵਿਅਕਤੀ ਦੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖੇ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਕੁਐਸਚਨ ਸਮਝ ਆ ਗਏ ਹੋਣਗੇ। ਦੇਖਣ ਲਈ ਧੰਨਵਾਦ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਲਾਈਕ ਕਰਿਓ।